ਤਾਂ ਅੱਜ ਦੇ ਆਪਣੇ ਕਰੰਟ ਅਫੇਅਰ 22 ਜੁਲਾਈ 2021 ਦੇ ਪਹਿਲੀ ਗੱਲ ਹੈ ਤੁਹਾਡੀ ਪੋਪਰ ਝੀਲ ਜਿਹੜੀ ਆ। ਹੁਣ ਇਹ ਪੋਪਰ ਝੀਲ ਹੈ ਕਿੱਥੇ? ਤੁਹਾਨੂੰ ਸਭ ਤੋਂ ਪਹਿਲਾ ਕੁਐਸਚਨ ਇਹੀ ਆ ਸਕਦਾ ਹੁੰਦਾ ਕਿ ਹੈ ਕਿੱਥੇ। ਇਹ ਤੁਹਾਡੇ ਜਿਹੜੀ ਤਾਮਿਲਨਾਡੂ ਸਟੇਟ ਹੈ ਨਾ, ਉਹਦੇ ਅੰਦਰ ਜਿਹੜਾ ਚੇਨਈ ਸ਼ਹਿਰ ਹੈ। ਦੇਖੋ ਆਪਾਂ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਆਪਾਂ ਨੂੰ ਜਿਹਨੂੰ ਆਪਾਂ ਫਰੈਸ਼ ਵਾਟਰ ਕਹਿੰਦੇ ਕਿ ਤਾਜ਼ਾ ਪਾਣੀ ਆ ਗਿਆ, ਉਹ ਆਪਾਂ ਨੂੰ ਲੱਗਦਾ ਹੁੰਦਾ ਕਿ ਨਦੀਆਂ ਤੋਂ ਆ ਰਿਹਾ। ਨਦੀਆਂ ਤੋਂ ਬਹੁਤ ਹੀ ਘੱਟ ਪਾਣੀ ਸ਼ਹਿਰਾਂ ਨੂੰ ਦਿੱਤਾ ਜਾਂਦਾ ਹੈ, ਪਿੰਡਾਂ ਨੂੰ ਤਾਂ ਹੋਰ ਵੀ ਘੱਟ ਦਿੱਤਾ ਜਾਂਦਾ ਹੈ। ਜਿਹੜਾ ਅਸਲ ਪਾਣੀ ਆਪਾਂ ਪੀਂਦੇ ਆ ਨਾ, ਇਹ ਜਾਂ ਤਾਂ ਆਪਣੀ ਜ਼ਮੀਨ ਦੇ ਥੱਲੋਂ ਕੱਢਿਆ ਜਾਂਦਾ ਅੰਡਰਗਰਾਉਂਡ ਵਾਟਰ ਹੈ, ਜਾਂ ਆਪਣੀ ਜਿਹੜੀ ਝੀਲ ਹੁੰਦੀ ਹੈ ਨਾ, ਜਿਹੜੇ ਕਈ ਸ਼ਹਿਰਾਂ ਵਿੱਚ ਤਾਂ ਬਹੁਤ ਵੱਡੀਆਂ ਵੱਡੀਆਂ ਝੀਲ ਹੈ, ਉੱਥੋਂ ਦੀ ਪਾਣੀ ਸ਼ਹਿਰ ਨੂੰ ਸਪਲਾਈ ਹੁੰਦਾ ਕਿਉਂਕਿ ਉੱਥੇ ਪਾਣੀ ਠਹਿਰਿਆ ਹੋਇਆ। ਨਦੀ 'ਚ ਇਸ ਲਈ ਪਾਣੀ ਕੱਢਣਾ ਔਖਾ ਹੈ ਕਿਉਂਕਿ ਉਹ ਇੱਕ ਜਗ੍ਹਾ ਰੁਕਿਆ ਨਹੀਂ ਹੋਇਆ। ਜਾਂ ਤਾਂ ਉਹਨੂੰ ਇੱਕ ਡੈਮ ਬਣਾ ਕੇ ਇਕੱਠਾ ਕਰੀਏ, ਫਿਰ ਉਹਦੇ ਵਿੱਚੋਂ ਕੱਢੀਏ, ਫਿਰ ਉਹੀ ਜਿੱਥੇ ਡੈਮ ਬਣਾਤਾ ਉੱਥੇ ਵੀ ਇੱਕ ਝੀਲ ਹੀ ਬਣ ਜਾਂਦੀ ਹੈ। ਤਾਂ ਅਲਟੀਮੇਟਲੀ ਗੱਲ ਉਹੀ ਆ ਜਾਂਦੀ ਹੈ ਕਿ ਇਹਨਾਂ ਤੋਂ ਹੀ ਪਾਣੀ ਆਉਂਦਾ। ਜਿਵੇਂ ਹੁਣ ਤੁਹਾਡਾ ਬੈਂਗਲੌਰ ਸ਼ਹਿਰ ਹੈ, ਬੈਂਗਲੌਰ ਸ਼ਹਿਰ 'ਚ ਬਹੁਤ ਵੱਡੀਆਂ ਉੱਥੇ ਲੇਕਸ, ਆਪਣੀ ਝੀਲ ਉੱਥੇ ਬਹੁਤ ਸਾਰੀਆਂ, ਉਹਨਾਂ ਤੋਂ ਹੀ ਸਾਰੇ ਬੈਂਗਲੌਰ ਸ਼ਹਿਰ ਨੂੰ ਪਾਣੀ ਮਿਲਦਾ। ਉਵੇਂ ਹੀ ਚੇਨਈ ਸ਼ਹਿਰ ਨੂੰ, ਇੱਕ ਆ ਤੁਹਾਡੀ ਪੋਪਰ ਤੇ ਦੂਜਾ ਚੈਂਬਰਮ ਕਮ, ਇਹ ਜਿਹੜੀ ਝੀਲ ਹੈ, ਇਹ ਦੋ ਜਿਹੜੀਆਂ ਝੀਲ ਹੈ ਇਹਦੇ ਵਿੱਚੋਂ ਜਿਹੜੀਆਂ ਮੇਨ ਦੋ ਆ, ਠੀਕ ਹੈ। ਆਹ ਜਿਹੜੀ ਪੋਪਰ ਹੈ ਉਹ ਇਹਦਾ ਹੀ ਹਿੱਸਾ ਹੈ, ਠੀਕ ਹੈ। ਤਾਂ ਇਹ ਇੱਕ ਸਭ ਤੋਂ ਵੱਡੀ ਝੀਲ ਦਾ ਹਿੱਸਾ ਹੈ, ਮਤਲਬ ਇਹ ਬਹੁਤ ਵੱਡੀ ਝੀਲ ਹੈ। ਇਹਦੇ ਅੰਦਰੋਂ ਜਿਹੜੀ ਆਹ ਜਿਹੜੀ ਝੀਲ ਆਪਣੀ ਬਹੁਤ ਵੱਡੇ ਸਾਈਜ਼ ਦੀ ਹੈ, ਇਹਦੇ ਅੰਦਰੋਂ ਦਾ ਅਧਿਆਰ ਜਿਹੜੀ ਤੁਹਾਡੀ ਨਦੀ ਹੈ ਉਹ ਵੀ ਇੱਥੋਂ ਸ਼ੁਰੂ ਹੁੰਦੀ ਹੈ। ਇਹ ਜਿਹੜੀ ਨਦੀ ਹੈ, ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ। ਦੇਖੋ ਹੁਣ ਇੱਕ ਕਰੰਟ ਅਫੇਅਰ 'ਚ ਕਿੰਨੇ ਕੁਐਸਚਨ ਬਣ ਸਕਦੇ ਆ। ਝੀਲ ਬਾਰੇ ਪੁੱਛਿਆ ਜਾ ਸਕਦਾ ਹੈ ਕਿਹੜੀ ਸਟੇਟ ਵਿੱਚ ਹੈ ਜਾਂ ਕਿਹੜੇ ਸ਼ਹਿਰ ਨੂੰ ਇਹ ਪਾਣੀ ਦਿੰਦੀ ਹੈ। ਇਹ ਚੇਨਈ ਸ਼ਹਿਰ ਨੂੰ ਪਾਣੀ ਦਿੰਦਾ ਹੈ, ਇੱਥੇ ਲਿਖਿਆ ਹੋਇਆ ਹੋਊਗਾ, ਠੀਕ ਹੈ। ਚੇਨਈ ਸ਼ਹਿਰ ਨੂੰ ਇਹ ਪਾਣੀ ਦਿੰਦੇ ਆ, ਠੀਕ ਹੈ। ਇਹਦੇ ਇਲਾਵਾ ਦੂਜਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਅਧਿਆਰ ਨਦੀ ਪਹਿਲੀ ਗੱਲ ਤਾਂ ਕਿਹੜੀ ਸਟੇਟ ਹੈ, ਫਿਰ ਇਹਦਾ ਆਨਸਰ ਤਾਮਿਲਨਾਡੂ ਹੋਊਗਾ। ਜਾਂ ਅਧਿਆਰ ਨਦੀ ਕਿੱਥੋਂ ਸ਼ੁਰੂ ਹੁੰਦੀ ਹੈ, ਉਹਦਾ ਆਨਸਰ ਆਹ ਵਾਲੀ ਝੀਲ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇੱਕੋ ਕਰੰਟ ਅਫੇਅਰ ਤੋਂ ਬਹੁਤ ਸਾਰੇ ਕੁਐਸਚਨ ਬਣਨ ਦੇ ਚਾਂਸ ਹੁੰਦੇ ਆ। ਆਪਾਂ ਇੱਕ ਇੱਕ ਵਰਡ, ਇੱਕ ਇੱਕ ਚੀਜ਼ ਧਿਆਨ ਨਾਲ ਪੜ੍ਹਨੀ ਹੈ, ਠੀਕ ਹੈ। ਦੂਜਾ ਹੈਗਾ ਨਟਰਾਜ ਦੀ ਮੂਰਤੀ। ਦੇਖੋ ਜਿਹੜੀ ਆਪਾਂ ਨਟਰਾਜ ਦੀ ਮੂਰਤੀ ਤੁਸੀਂ ਦੇਖੀ ਹੋਊਗੀ, ਕਿਤੇ ਹੋਰ ਨਾ ਦੇਖੀ ਹੋਵੇ ਤਾਂ ਜਿਓਮੈਟਰੀ ਬਾਕਸ ਆਉਂਦੇ ਸੀ ਉਹਦੇ ਉੱਤੇ ਤਾਂ ਦੇਖੀ ਹੋਊਗੀ, ਪਰ ਆਪਾਂ ਜਦ ਵੀ ਨਟਰਾਜ ਦੀ ਮੂਰਤੀ ਦੇਖਦੇ ਆ ਨਾ, ਆਪਾਂ ਕਦੇ ਵੀ ਉਹਨੂੰ ਧਿਆਨ ਨਾਲ ਨਹੀਂ ਦੇਖਦੇ। ਇਹਦੇ ਉੱਤੇ ਕੀ ਹੈ, ਨਟਰਾਜ ਦੀ ਮੂਰਤੀ ਨਾ ਬਹੁਤ, ਜਿੰਨੇ ਵੀ ਆਪਣੇ ਕਿਸੇ ਵੀ ਰੱਬ ਦੀ ਕੋਈ ਮੂਰਤੀ ਬਣਾਈ ਹੈ ਨਾ, ਉਹਦੇ ਉੱਤੇ ਬਹੁਤ ਹੀ ਡਿਟੇਲ ਨਾਲ ਹਰ ਚੀਜ਼ ਦਾ ਨਾ ਅੱਡ ਮਤਲਬ ਕੱਢ ਕੇ ਉਹ ਚੀਜ਼ਾਂ ਨੂੰ ਬਣਾਇਆ ਗਿਆ ਉਹਦੇ ਉੱਤੇ। ਤਾਂ ਇਹਦੇ ਉੱਤੇ ਨਾ ਅੱਜ ਤੱਕ ਨਟਰਾਜ ਦੀ ਮੂਰਤੀ ਉੱਤੇ 3 ਕੁਐਸਚਨ ਆ ਚੁੱਕੇ ਆ। ਅੱਜ ਤੱਕ 3 ਕੁਐਸਚਨ ਆ ਚੁੱਕੇ ਆ ਅੱਜ ਤੱਕ ਯੂਪੀਐਸਸੀ ਵਿੱਚ। ਯੂਪੀਐਸਸੀ ਵਿੱਚ 3 ਆ ਚੁੱਕੇ ਆ, ਪਰ ਉਹੀ ਆਉਣ ਵਾਲੇ ਟਾਈਮ 'ਚ ਪੀਸੀਐਸ ਵਿੱਚ ਵੀ ਆ ਸਕਦਾ ਨਟਰਾਜ ਮੂਰਤੀ ਦਾ। ਤਾਂ ਇੱਥੇ ਜਾ ਕੇ ਇੱਥੇ ਡਿਟੇਲ ਵੀ ਲਿਖੀ ਹੈ, ਪਰ ਇਹਦੇ ਥੱਲੇ ਨਾ ਆਹ ਪੂਰਾ ਇੱਕ ਡਾਇਗਰਾਮ ਪਾਇਆ ਹੋਇਆ, ਫੋਟੋ ਪਾਈ ਹੋਈ ਹੈ। ਇਹ ਆਪਾਂ ਫੋਟੋ ਧਿਆਨ ਨਾਲ ਪੜ੍ਹਨੀ ਹੈ ਤੇ ਇਹ ਸਾਰੀਆਂ ਚੀਜ਼ਾਂ ਲਿਖੀਆਂ ਵੀ ਆ ਤੇ ਇਹ ਸਾਰਾ ਕੁਝ ਮੈਂ ਸਮਝਾ ਵੀ ਦਿੰਦਾ। ਦੇਖੋ ਅੱਜ ਤੱਕ ਕਿਹੜੇ ਕਿਹੜੇ ਕੁਐਸਚਨ ਆਏ ਹੋਏ ਯੂਪੀਐਸਸੀ ਵਿੱਚ। ਆਹ ਦੋਨੋਂ ਹੱਥ ਦੇਖੋ 4 ਹੱਥ ਬਣਾਏ ਹੋਏ ਆ, ਜਿਹੜੇ ਆ ਪਿਛਲੇ 2 ਹੱਥ ਆ। ਪਹਿਲਾਂ ਤਾਂ ਇਹ 2 ਹੱਥ ਸਮਝਾਵਾਂ। ਇਸ ਹੱਥ ਵਿੱਚ ਜਿਹੜੀ ਹੈ ਨਾ ਆਹ ਅੱਗ ਬਣਾਈ ਹੋਈ ਹੈ, ਫਾਇਰ ਬਣਾਈ ਹੋਈ ਹੈ, ਠੀਕ ਹੈ। ਇਸ ਫੋਟੋ ਨਜ਼ਰ ਨਹੀਂ ਆ ਰਹੀ, ਫੋਟੋ ਆਹ ਕਲੀਅਰਲੀ ਨਜ਼ਰ ਆ ਰਹੀ ਹੈ, ਨਜ਼ਰ ਹੀ ਨਹੀਂ ਆ ਰਹੀ? ਹਾਂਜੀ ਹੁਣ ਆ ਰਹੀ ਹੈ ਸਰ। ਅੱਛਾ ਠੀਕ ਆ, ਉਹ ਲੋਡ ਹੋਣ 'ਚ ਟਾਈਮ ਲੱਗ ਰਿਹਾ ਹੋਊਗਾ। ਆ ਦੇਖੋ ਇਸ ਪਾਸੇ ਆਹ ਅੱਗ ਬਣਾਈ ਹੋਈ ਹੈ, ਇਸ ਹੱਥ 'ਚ ਜਿਹੜਾ ਪਿਛਲਾ ਖੱਬਾ ਹੱਥ ਹੈ, ਤੇ ਸੱਜੇ ਹੱਥ ਵਿੱਚ ਉਹ ਨਟਰਾਜ ਦੇ ਪਾਸੋਂ ਦੇਖੋਗੇ ਤਾਂ ਖੱਬਾ ਹੱਥ ਹੈ, ਤੇ ਸੱਜੇ ਹੱਥ ਵਿੱਚ ਦੇਖੋਗੇ ਤਾਂ ਇੱਕ ਡਮਰੂ ਫੜਿਆ ਹੋਇਆ, ਡਰਮ ਫੜਿਆ ਹੋਇਆ। ਤਾਂ ਇਹ ਹੈ ਕਿ ਪਹਿਲਾਂ ਤਾਂ ਜਿਹੜੇ ਪਿਛਲੇ 2 ਹੱਥ ਹੈ ਕੀ ਦਰਸਾਉਂਦੇ ਆ? ਜਿਹੜੀ ਅੱਗ ਹੈ ਇਹ ਦਰਸਾਉਂਦੀ ਹੈ ਤਬਾਹੀ, ਤੇ ਜਿਹੜਾ ਆਹ ਡਮਰੂ ਆ ਇਹ ਹੈ ਇੱਕ ਤਰੀਕੇ ਨਾਲ ਆਵਾਜ਼, ਨਵੀਂ ਚੀਜ਼ਾਂ ਬਣਨ ਦੀ। ਤਾਂ ਦੋਨੋਂ ਹੱਥ ਇੱਕ ਤਰੀਕੇ ਦਾ ਇੱਕ ਬੈਲੈਂਸ ਦਿਖਾਉਂਦੇ ਆ ਕਿ ਕੋਈ ਚੀਜ਼ ਤਬਾਹ ਹੁੰਦੀ ਹੈ ਤਾਂ ਕੋਈ ਨਵੀਂ ਚੀਜ਼ ਬਣਦੀ ਵੀ ਹੈ। ਤਾਂ ਦੋਨੋਂ ਪਾਸੇ, ਇੱਕ ਚੀਜ਼ ਪਾਸੇ ਤਬਾਹ ਹੋ ਰਹੀ ਹੈ, ਇੱਕ ਚੀਜ਼ ਬਣ ਰਹੀ ਹੈ। ਤਾਂ ਇਸ ਚੀਜ਼ ਦਾ ਬੈਲੈਂਸ ਇੱਥੇ ਦਿਖਾਇਆ ਜਾਂਦਾ ਹੈ। ਦੂਜੀ ਚੀਜ਼ ਆਹ ਜਿਹੜੇ ਜਟਾਵਾਂ ਬਣਾਈਆਂ ਹੋਈਆਂ ਪਿੱਛੇ, ਇਹ ਦਿਖਾਉਂਦੇ ਆ ਤੁਹਾਡੇ ਗੰਗਾ ਨਦੀ ਨੂੰ। ਆ ਲਿਖਿਆ ਵੀ ਹੋਇਆ ਇੱਥੇ ਗੰਗਾ ਨਦੀ ਨੂੰ ਆਹ ਦਿਖਾਉਂਦੇ। ਇਸ ਤੋਂ ਬਾਅਦ ਨਟਰਾਜ ਦੇ ਬਿਲਕੁਲ ਸਿਰ ਦੇ ਉੱਤੇ ਦੇਖੋਗੇ ਤੁਹਾਡਾ ਨਾ ਚੰਦ ਦੀ ਸ਼ੇਪ ਬਣਾਈ ਹੋਈ ਹੈ ਬਿਲਕੁਲ ਟੌਪ ਤੇ। ਇੱਥੇ ਧਿਆਨ ਨਾਲ ਦੇਖਣਾ ਪੈਣਾ, ਬਹੁਤ ਹੀ ਛੋਟੀ ਹੈ, ਠੀਕ ਹੈ। ਤਾਂ ਇੱਥੇ ਇਸ ਫੋਟੋ ਤਾਂ ਦਿਖਣੀ ਨਹੀਂ, ਵੈਸੇ ਮੈਂ ਤੁਹਾਨੂੰ ਦੱਸਦਾ ਅਗਲੀ ਵਾਰ ਨਟਰਾਜ ਦੇਖੋਗੇ ਤਾਂ ਧਿਆਨ ਨਾਲ ਦੇਖਿਓ, ਇੱਥੇ ਚੰਦ ਬਣਾਇਆ ਹੋਇਆ।
ਚੰਦ ਇੱਕ ਤਰੀਕੇ ਨਾਲ ਪੂਰਾ ਦਾ ਪੂਰਾ ਜਿਹੜਾ ਆਪਣਾ ਸਮੇਂ ਹੈ ਨਾ, ਪੂਰਾ ਦਾ ਪੂਰਾ ਟਾਈਮ ਹੈ, ਉਹਨੂੰ ਰਿਪਰੈਜ਼ੈਂਟ ਕਰਦਾ ਕਿ ਟਾਈਮ ਕਦੀ ਵੀ ਖਤਮ ਨਹੀਂ ਹੁੰਦਾ। ਠੀਕ ਹੈ, ਇਹ ਹਮੇਸ਼ਾ ਤੋਂ ਐਗਜ਼ਿਸਟ ਕੀਤਾ ਤੇ ਅੱਗੇ ਵੀ ਰਹੂਗਾ, ਮਤਲਬ ਹਮੇਸ਼ਾ ਤੋਂ ਰਿਹਾ ਤੇ ਅੱਗੇ ਵੀ ਰਹੂਗਾ, ਸਮੇਂ ਹਮੇਸ਼ਾ ਰਹਿੰਦਾ। ਜਿਹੜਾ 2019 ਵਿੱਚ ਹੀ ਸਭ ਤੋਂ ਲੇਟੈਸਟ, ਮਤਲਬ 2020 ਦਾ ਪੇਪਰ ਹੋਇਆ ਸੀ UPSC ਦਾ, ਉਦੋਂ ਪਿਛਲਾ ਜਿਹੜਾ ਪੇਪਰ ਸੀ 2019 ਦਾ, ਉਹ ਚ ਕੁਐਸਚਨ ਆਇਆ ਸੀ ਕਿ ਆਹ ਨਟਰਾਜ ਦਾ, ਜੇ ਤੁਸੀਂ ਆਹ ਵਾਲਾ ਹੱਥ ਦੇਖੋਗੇ, ਆ ਨਾ ਥੱਲੇ ਨੂੰ ਪੁਆਇੰਟ ਕਰਦਾ, ਤਾਂ ਜਿਹੜਾ ਹੱਥ ਥੱਲੇ ਨੂੰ ਪੁਆਇੰਟ ਕਰਦਾ, ਇਹ ਪੁਆਇੰਟ ਕਰਦਾ ਆਹ ਨਟਰਾਜ ਦੇ ਪੈਰਾਂ ਵਿੱਚ। ਦੇਖੋ ਇੱਕ ਬੱਚਾ ਇਨਫੈਂਟ ਹੈ, ਬੱਚਾ ਥੱਲੇ ਪੈਰਾਂ ਤੇ। ਠੀਕ ਹੈ, ਇਹ ਬੱਚਾ ਕਿਸ ਚੀਜ਼ ਨੂੰ, ਇਹ ਕੁਐਸਚਨ ਆਇਆ ਸੀ ਕਿ ਬੱਚਾ ਕਿਸ ਚੀਜ਼ ਨੂੰ ਪ੍ਰੈਜ਼ੈਂਟ ਕਰਦਾ ਹੈ, ਬੱਚਾ ਕਿਸ ਚੀਜ਼ ਲਈ ਹੈ। ਇਹ ਬੱਚਾ ਦਿਖਾਇਆ ਗਿਆ ਇਨਸਾਨ, ਜਿਹੜੀ ਆਪਣੀ ਮਨੁੱਖੀ ਅਣਖ ਹੈ, ਜਿਹੜੀ ਈਗੋ ਆ ਆਪਣੇ ਅੰਦਰ, ਉਹਨੂੰ ਦਿਖਾਇਆ ਗਿਆ ਕਿ ਰੱਬ ਦੇ ਸਾਹਮਣੇ ਆਪਣੀ ਕੋਈ ਔਕਾਤ ਨਹੀਂ ਹੈ। ਉਹ ਦਿਖਾਇਆ ਗਿਆ ਕਿ ਰੱਬ ਦੇ ਇੱਕ ਤਰੀਕੇ ਨਾਲ ਆਪਣੀ ਜਿੰਨੀ ਵੀ ਆਪਾਂ ਘਮੰਡ ਹੈ ਆਪਣੇ ਵਿੱਚ, ਉਹ ਸਾਰਾ ਰੱਬ ਦੇ ਪੈਰਾਂ ਵਿੱਚ ਹੈ। ਠੀਕ ਹੈ, ਉਹ ਰੱਬ ਦੇ ਮਤਲਬ ਆਪਣੀ ਜਿਹੜਾ ਘਮੰਡ ਹੈ, ਘਮੰਡ ਨੂੰ ਇੱਕ ਬੱਚੇ ਦੇ ਰੂਪ ਵਿੱਚ ਦਿਖਾਇਆ। ਮਤਲਬ ਇਹ ਦੇਖਣ ਨੂੰ ਬਹੁਤ ਕਰੂਅਲ ਲੱਗਦਾ ਕਿ ਇੱਕ ਬੱਚੇ ਦੇ ਉੱਤੇ ਰੱਬ ਖੜਾ ਹੈ, ਪਰ ਇਸ ਬੱਚੇ ਦੀ ਜਿਹੜੀ ਪਿੱਛੇ ਦਾ ਮਤਲਬ ਉਹ ਇਹ ਹੈ ਕਿ ਬੱਚਾ ਇੱਕ ਤਰੀਕੇ ਦੇ ਰੱਬ ਦੇ ਅੱਗੇ ਆਪਣਾ ਜਿਹੜਾ ਘਮੰਡ ਹੈ, ਉਹ ਸਿਰਫ ਇੱਕ ਬੱਚੇ ਵਰਗਾ ਹੈ। ਰੱਬ ਜਦ ਚਾਹੇ ਉਹਨੂੰ ਕੁਚਲ ਸਕਦਾ। ਤਾਂ ਏਦਾਂ ਹਰ ਚੀਜ਼ ਦਾ ਇਹ ਪੂਰਾ ਮਤਲਬ ਕੱਢਿਆ ਗਿਆ। ਠੀਕ ਹੈ, ਤੇ ਇਸੇ ਤਰੀਕੇ ਨਾਲ ਇਹ ਪੂਰੀ ਚੀਜ਼ ਕੀਤੀ ਗਈ ਹੈ। ਠੀਕ ਹੈ, ਆ ਪਿੱਛੇ ਇੱਕ ਆਹ ਪੂਰਾ ਸੱਪ ਦਿਖਾਇਆ ਹੋਇਆ, ਇੱਥੋਂ ਦੀ ਜਾ ਕੇ ਆ ਪੂਰਾ ਇੱਥੇ ਘੁੰਮ ਕੇ ਆ ਇੱਥੇ ਜਾਂਦਾ ਸੱਪ ਇਹ। ਠੀਕ ਹੈ, ਇਹ ਜਿਹੜਾ ਸੱਪ ਦਿਖਾਇਆ ਹੋਇਆ ਨਾ, ਇਹ ਸੱਪ ਦਿਖਾਇਆ ਹੋਇਆ ਜਿਹੜਾ ਆਪਣਾ ਪਾਸਟ ਸੀ, ਜਿਹੜਾ ਹੁਣ ਆਪਣਾ ਪ੍ਰੈਜ਼ੈਂਟ ਹੈ, ਤੇ ਆਪਣਾ ਆਉਣ ਵਾਲਾ ਫਿਊਚਰ। ਤਾਂ ਤਿੰਨੋਂ ਸਮੇਂ 'ਚ ਰੱਬ ਹਮੇਸ਼ਾ ਮੇਨ ਰੋਲ ਵਿੱਚ ਰਿਹਾ, ਤੇ ਇਸ ਸਾਰੀ ਚੀਜ਼ ਨੂੰ ਦਿਖਾਉਣ ਲਈ ਇਹ ਚੀਜ਼ ਹੈ। ਤਾਂ ਡਾਇਰੈਕਟ ਕੁਐਸਚਨ ਆਉਂਦੇ, ਜਿਵੇਂ ਇਸ ਸਾਲ ਆ ਗਿਆ ਸੀ ਕਿ ਆਹ ਨਟਰਾਜ ਦੇ ਪੈਰਾਂ ਵਿੱਚ ਜਿਹੜਾ ਬੱਚਾ ਹੈ UPSC ਵਿੱਚ, ਜਿਵੇਂ ਮਤਲਬ ਇਸ ਸਾਲ ਨਹੀਂ 2019 ਵਿੱਚ ਆਇਆ ਸੀ, ਕਿ ਇਹ ਕਿਸ ਚੀਜ਼ ਨੂੰ ਦਿਖਾਉਂਦਾ ਹੈ। ਇਹ ਆਪਣੇ ਅੰਦਰ ਦੀ ਜਿਹੜੀ ਆਪਣੀ ਇਗਨੋਰੈਂਸ ਹੈ, ਜਿਹੜੀ ਆਪਾਂ ਨੂੰ ਜਾਣਕਾਰੀ ਨਹੀਂ ਹੈ, ਜਿਹੜੇ ਆਪਣੇ ਅੰਦਰ ਦਾ ਘਮੰਡ ਹੈ, ਇਹ ਉਹਨੂੰ ਦਿਖਾਉਂਦਾ। ਇਹਦਾ ਸਹੀ ਆਨਸਰ ਡਾਇਰੈਕਟਲੀ ਇਹ ਸੀ। ਤਾਂ ਆਪਾਂ ਨੂੰ ਇਹ ਪੂਰੀ ਮੂਰਤੀ ਧਿਆਨ ਨਾਲ ਪੜ੍ਹਨੀ ਹੁੰਦੀ ਹੈ। ਅੱਗੇ ਵੀ ਕੋਈ ਕਰੰਟ ਅਫੇਅਰ ਚਾਹੂਗੀ ਤਾਂ ਆਪਾਂ ਪੜਾਂਗੇ, ਪਰ ਅਗਲੀ ਵਾਰੀ ਜਦ ਤੁਸੀਂ ਨਟਰਾਜ ਦੀ ਮੂਰਤੀ ਦੇਖੋਗੇ, ਤੁਹਾਨੂੰ ਮਤਲਬ ਵੀ ਪਤਾ ਹੋਊਗਾ, ਤੇ ਤੁਸੀਂ ਹੋਰ ਲੋਕਾਂ ਨੂੰ ਵੀ ਦੱਸ ਸਕਦੇ ਹੋ ਕਿ ਕਿਸ ਚੀਜ਼ ਦਾ ਕੀ ਮਤਲਬ ਹੈ। ਠੀਕ ਹੈ, ਤੇ ਕੋਸ਼ਿਸ਼ ਕਰਿਆ ਕਰੋ ਕਿ ਦੱਸਿਆ ਵੀ ਕਰੋ। ਇਹਦੇ ਨਾਲ ਕੀ ਹੋਊਗਾ, ਤੁਹਾਨੂੰ ਖੁਦ ਵੀ ਚੀਜ਼ਾਂ ਯਾਦ ਹੁੰਦੀਆਂ ਰਹਿੰਦੀਆਂ ਜਦੋਂ ਤੁਸੀਂ ਖੁਦ ਉਸ ਚੀਜ਼ ਨੂੰ ਯਾਦ ਕਰੋਗੇ। ਠੀਕ ਹੈ, ਜਦੋਂ ਲੋਕਾਂ ਨੂੰ ਦੱਸ ਰਹੇ ਹੋ, ਤੁਹਾਨੂੰ ਆਪਣੇ ਆਪ ਉਹ ਚੀਜ਼ ਯਾਦ ਹੋ ਜਾਂਦੀ ਹੈ। ਅਗਲਾ ਕਰੰਟ ਅਫੇਅਰ ਹੁਣ ਆਪਣੀ ਦੋ ਮਿਜ਼ਾਈਲਾਂ ਬਾਰੇ, ਇੱਕ ਆਕਾਸ਼ ਮਿਜ਼ਾਈਲ ਤੇ ਇੱਕ ਆਕਾਸ਼ ਐਂਟੀ ਟੈਂਕ ਮਿਜ਼ਾਈਲ। ਆਕਾਸ਼ ਦੇ ਨਾਮ ਤੋਂ ਹੀ ਦੋ ਮਿਜ਼ਾਈਲਾਂ ਬਣਾਈਆਂ ਗਈਆਂ। ਇੱਕ ਆਕਾਸ਼ ਮਿਜ਼ਾਈਲ ਹੈ, ਇਹ ਚੱਲਦੀ ਹੈ ਤੁਹਾਡੀ ਸਰਫੇਸ, ਜਿਹੜੀ ਮਤਲਬ ਆਪਣੇ ਲੈਂਡ ਤੋਂ ਆਪਾਂ ਫਾਇਰ ਕਰਦੇ ਹਾਂ ਹਵਾ ਵਿੱਚ, ਇਹਨੂੰ ਕਹਿੰਦੇ ਸਰਫੇਸ ਟੂ ਏਅਰ ਮਿਜ਼ਾਈਲ ਹੈ। ਸਰਫੇਸ ਟੂ ਏਅਰ ਆ ਲਿਖਿਆ ਹੋਇਆ। ਇਹ ਅੱਡ-ਅੱਡ ਮਿਜ਼ਾਈਲਾਂ ਨਾ ਅੱਡ-ਅੱਡ ਤਰੀਕੇ ਦੀਆਂ ਹੁੰਦੀਆਂ। ਹੁਣ ਜਿਵੇਂ ਆਪਣੇ ਜਿਹੜੇ ਫਾਈਟਰ ਜੈਟ ਵਿੱਚ ਲੱਗਦੀਆਂ, ਉਹਨਾਂ 'ਚ ਵੀ ਦੋ ਪ੍ਰਕਾਰ ਹੋ ਸਕਦੇ ਆ, ਕਿਉਂਕਿ ਹਵਾ ਵਿੱਚ ਫਾਈਟਰ ਜੈਟ ਉਦੋਂ ਹੀ ਮਿਜ਼ਾਈਲ ਛੱਡਣਗੇ ਜਦੋਂ ਹਵਾ ਵਿੱਚ ਹੈ। ਉਹਨਾਂ ਨੂੰ ਉੱਥੇ ਦੋ ਤਰੀਕੇ ਦੀ ਹੁੰਦੀ ਹੈ। ਜੇ ਇੱਕ ਫਾਈਟਰ ਜੈਟ ਦੂਜੇ ਨੂੰ ਜਦੋਂ ਮਿਜ਼ਾਈਲ ਮਾਰਦਾ ਹੈ, ਉਹਨੂੰ ਕਹਿੰਦੇ ਏਅਰ ਟੂ ਏਅਰ ਮਿਜ਼ਾਈਲ, ਕਿ ਹਵਾ ਤੋਂ ਛੱਡੀ ਗਈ ਤੇ ਹਵਾ ਵਿੱਚ ਹੀ ਜਾ ਕੇ ਵੱਜਣੀ ਹੈ। ਜਿਹੜੀ ਸਰਫੇਸ ਟੂ ਏਅਰ ਮਿਜ਼ਾਈਲ ਹੈ, ਯਾਨੀ ਕਿ ਜ਼ਮੀਨ ਤੋਂ ਛੱਡੀ ਜਾ ਰਹੀ ਹੈ ਤੇ ਹਵਾ ਵਿੱਚ ਇਹਦਾ ਕੋਈ ਟਾਰਗੇਟ ਹੋਊਗਾ, ਯਾਨੀ ਕਿ ਕੋਈ ਫਾਈਟਰ ਜੈਟ ਹੋਊਗਾ, ਕੋਈ ਹੋਰ ਮਿਜ਼ਾਈਲ ਹੋਊਗੀ। ਜਿਹੜੀ ਵੀ ਚੀਜ਼ ਹਵਾ ਵਿੱਚ ਹੈ, ਇਹ ਹਵਾ ਵਿੱਚ ਉਡਾਉਣ ਲਈ ਹੈ ਉਸ ਚੀਜ਼। ਠੀਕ ਹੈ, ਤਾਂ ਆਕਾਸ਼ ਮਿਜ਼ਾਈਲ ਤੁਹਾਡੀ ਸਰਫੇਸ ਟੂ ਏਅਰ, ਹਵਾ ਵਿੱਚ ਉਡਾਉਣ ਲਈ ਬਣੀ ਹੋਈ ਹੈ, ਤੇ ਜ਼ਮੀਨ ਤੋਂ ਫਾਇਰ ਕੀਤੀ ਜਾਊਗੀ। ਠੀਕ ਹੈ, ਇਹ 50 ਤੋਂ 80 ਕਿਲੋਮੀਟਰ ਦੀ ਰੇਂਜ ਰੱਖਦੀ ਹੈ, ਤੇ 18,000 ਮੀਟਰ ਯਾਨੀ ਕਿ 18 ਕਿਲੋਮੀਟਰ ਉੱਤੇ ਤੱਕ, ਸਿੱਧੀ ਉੱਤੇ ਤੱਕ ਵਾਰ ਕਰ ਸਕਦੀ ਹੈ। ਤੇ 50 ਤੋਂ 80 ਕਿਲੋਮੀਟਰ ਦਾ ਇਹਦਾ ਰੇਡੀਅਸ ਹੈ, ਜਿਹਦੇ ਅੰਦਰ ਅੰਦਰ ਇਹ ਵਾਰ ਕਰ ਸਕਦੀ ਹੈ। ਠੀਕ ਹੈ, ਤਾਂ ਇੱਕ ਪੂਰਾ ਇਦਾਂ ਡੋਮ ਬਣ ਗਿਆ ਨਾ, ਕਿ ਹਾਈਟ 18 ਕਿਲੋਮੀਟਰ, ਮਤਲਬ ਸਭ ਤੋਂ ਉੱਚਾ ਜਿਹੜਾ ਟਾਰਗੇਟ ਇਹ ਲੈ ਸਕਦੀ ਹੈ 18 ਕਿਲੋਮੀਟਰ ਤੱਕ ਦਾ, ਤੇ ਦੂਰ ਕਿੰਨਾ ਜਾ ਸਕਦੀ ਹੈ 50 ਤੋਂ 80 ਕਿਲੋਮੀਟਰ। ਡਿਪੈਂਡ ਕਰੂਗਾ ਕਿ ਹਾਲਾਤ ਕਿੱਦਾਂ ਦੇ ਹੈ। ਜਿੱਥੇ ਹਵਾ ਪਤਲੀ ਹੁੰਦੀ ਹੈ, ਜਿਵੇਂ ਹੁਣ ਲਦਾਖ ਦੇ ਇਲਾਕੇ ਹੈ, ਉੱਥੇ ਹਵਾ ਪਤਲੀ ਹੈ। ਹਵਾ ਪਤਲੀ ਹੋਣ ਦੇ ਕਾਰਨ ਕੀ ਹੁੰਦਾ, ਹੁਣ ਜਿਵੇਂ ਲਦਾਖ ਵਿੱਚ ਨਾ ਇੱਕ ਬਹੁਤ ਵੱਡਾ 에ਅਰ ਫੋਰਸ ਨੂੰ ਵੀ ਇਹ ਚੈਲੰਜ ਫੇਸ ਕਰਨਾ ਪੈਂਦਾ ਹੈ। ਉੱਥੇ ਨਾ ਜ਼ਿਆਦਾ ਦੂਰ ਤੱਕ ਤੁਹਾਡੇ ਟਾਰਗੇਟ ਨਹੀਂ ਵੱਜਦੇ, ਕਿਉਂਕਿ ਹਵਾ ਪਤਲੀ ਹੋਣ ਦੇ ਕਾਰਨ ਉੱਥੇ ਜਿਹੜਾ ਫਿਊਲ ਹਵਾ ਤੋਂ ਚੱਕਦੇ ਆ ਨਾ ਮਿਜ਼ਾਈਲਸ, ਉਹ ਜਲਦੀਆਂ ਘੱਟ ਹੈ।
इस कारण वो छेती गिर जाती है। तो उत्थे इदां दी चीज़ां 50 किलोमीटर रह जांदा, प्लेन्स विच फायर करोगे तो 80 किलोमीटर तक भी चला जाऊगा। ठीक है, तो हुण जिहड़ी इहदी बैटरी है, एक बैटरी विच ਇਹਦੇ ਅੰਦਰ ਹੁਣ ਇਹਦੇ ਨਾਲ ਰਡਾਰ ਵੀ ਹੁੰਦਾ। ਬੈਟਰੀ ਦਾ ਮਤਲਬ ਹੈ ਜਿਹੜਾ ਉਹ ਤੁਸੀਂ ਰਿਪਬਲਿਕ ਡੇ ਤੇ ਦੇਖਿਆ ਹੋਵੇ ਕਿ ਪੂਰਾ ਟਰੱਕ ਲੈ ਕੇ ਜਾ ਰਹੇ ਹੁੰਦੇ ਆ, ਟਰੱਕ ਦੇ ਉੱਤੇ ਹੀ ਆ ਮਿਸਾਈਲਾਂ ਲੋਡ ਕੀਤੀਆਂ ਹੁੰਦੀਆਂ। ਠੀਕ ਹੈ, ਉਹ ਜਿਹੜਾ ਟਰੱਕ ਹੁੰਦਾ ਨਾ, ਉਹਨੂੰ ਟਰੱਕ ਨਹੀਂ ਰੈਫਰ ਕੀਤਾ ਜਾਂਦਾ, ਉਹਨੂੰ ਬੋਲਿਆ ਜਾਂਦਾ ਕਿ ਇਹਦੀ ਬੈਟਰੀ ਹੈ। ਬੈਟਰੀ 'ਚ ਕੀ ਹੁੰਦਾ, ਉਹ ਟਰੱਕ ਦੇ ਅੰਦਰ ਹੀ ਇਹਦਾ ਰਡਾਰ ਵੀ ਹੁੰਦਾ ਇਹਦੇ ਨਾਲ। ਠੀਕ ਹੈ, ਜੋ ਸਾਰੇ ਟਾਰਗੇਟਸ ਹਵਾ ਵਿੱਚ ਲੱਭ ਸਕੇ ਤੇ ਉਦੋਂ ਨਾਲ ਹੀ ਇਹ ਮਿਸਾਈਲਾਂ ਵੀ ਇਹਦੇ ਨਾਲ ਹੁੰਦੀਆਂ ਤਾਂ ਕਿ ਫਾਇਰ ਵੀ ਕਰ ਸਕੇ। ਇਹਨੂੰ ਕਹਿੰਦੇ ਇਹਦੀ ਬੈਟਰੀ। ਤਾਂ ਇੱਕ ਬੈਟਰੀ ਇੱਕ ਟਾਈਮ ਤੇ ਟੋਟਲ 64 ਟਾਰਗੇਟ ਲੱਭ ਸਕਦੀ ਹੈ, ਯਾਨੀ ਕਿ ਇਹਦੇ ਰਡਾਰ ਤੇ 64 ਟਾਰਗੇਟ ਲੱਭੇ ਜਾ ਸਕਦੇ ਆ ਤੇ ਇੱਕ ਟਾਈਮ ਤੇ 12 ਟਾਰਗੇਟਸ ਤੇ ਇਹ ਜਾ ਕੇ ਵੱਜ ਸਕਦੀ ਹੈ। ਠੀਕ ਹੈ, ਯਾਨੀ ਕਿ ਇੱਕ ਟਾਈਮ ਤੇ 12 ਮਿਜ਼ਾਈਲਾਂ ਛੱਡ ਦੂਗੀ ਕਿ 12 ਟਾਰਗੇਟ ਤਾਂ ਇੰਗੇਜ ਕਰ ਹੀ ਲਊਗੀ। ਠੀਕ ਹੈ, ਤਾਂ ਆਹ ਜਿਹੜੇ ਫੈਕਟ ਹੈ ਨਾ, 18 ਕਿਲੋਮੀਟਰ 50 ਕਿਲੋਮੀਟਰ ਆਹ ਜਿਹੜੇ ਫੈਕਟ ਹੈ, ਤੇ ਆਹ ਸਰਫੇਸ ਟੂ 에ਅਰ ਮਿਜ਼ਾਈਲ ਹੈ, ਮੀਡੀਅਮ ਰੇਂਜ ਦੀ ਹੈ। ठीक है, दरम्यान दूरिया लिखा होया मीडियम रेंज के, ज्यादा दूर भी नहीं जाती, 50 तो 80 किलोमीटर ज्यादा दूर नहीं होता। ठीक है, तो छोटा भी नहीं है, छोटियां होंदियां जड़ियां 20 तो 30 किलोमीटर वालियां होंदियां, वो ज्यादा दूर नहीं जा सकती। छोटे टारगेट है दरम्यान सेंटर च आ गया ना, मीडियम रेंज हुई है। ठीक है, हुण ये क्वेश्चन ना थोनों इदा पेपर च डायरैक्टली आ जाते, PCS विच भी आया होया क्वेश्चन। PCS विच पहला ये जिवें हुण आह आकाश मिसाइल है, पुराने पेपरां च एक मिसाइल उस टाइम करंट अफेयर च रही है, बराक 8। ये मिसाइल बारे इदां ही आया होया, उदों बराक 8 बन रही सी, ये आया सी थोड़े PCS 2015 विच पूछा गया सी बराक 8 बारे। ठीक है, तो 2018 का मैनूं हुण कोई क्वेश्चन याद नहीं आ रहे, इस साल कोई नहीं पूछा गया मिसाइल उत्ते, पर ये क्वेश्चन आ सकते हुंदे आ जे कल्ले मैं PCS की भी गल करां, UPSC विच भी आ जांदे आ, PCS विच भी आए हुए हैं। ठीक है, तो ये कभी भी आ सकते, ये सारी चीज़ां आपां नूं याद करनी। ਇਹਦੇ ਨਾਲ एक होर भी मिसाइल बनाई गई है, आकाश नाम की ही एंटी टैंक मिसाइल। एंटी टैंक मिसाइल ये टैंक्स नूं खत्म कर ली है। ये एडी हल्की बनाई गई है कि जिहड़े फौजी है, छोटी जी मिसाइल होगी साइज, मतलब छोटी इन द सेंस गन तो वड्डी होगी, पर एडा को लॉन्चर है, एडी को मिसाइल है कि कोई भी जिहड़ा अपना फौजी है वो इनू कंधे उत्ते रख के किते भी लेके जा सकता है, तो उत्थे आपां इनू फायर करांगे ते थोड़े टारगेट डिस्ट्रॉय कर दांगे, जिहड़ा भी टैंक होगा उन्हें तबाह कर सकते। ठीक है, एक होर इंडिया की मिसाइल मैं इत्थे दसदा, एक आकाश एंटी टैंक है, ये हजे बन रही है, ये हजे टेस्ट हो रहे हैं आकाश एंटी टैंक मिसाइल दे। एक इंडिया को पहला तो बनी हुई है, ओदा नाम है नाग। ठीक है, ठीक है, तो नाग मिसाइल जिहड़ी हैगी है, ये भी एंटी टैंक मिसाइल है। इत्थे इहदा नाम भी अज याद रख लो, कदी ना कदी करंट अफेयर च आया, उत्थे आपां कवर भी कर लांगे। ठीक है, वैसे नाग बारे पढ़ना चाहो एक बार सर्च करके देख लियो गूगल ते नाग बारे भी नाल दी नाल ही रीड कर लियो ते जानकारी मिल जाती है। बराक 8 बारे भी दोबारा पढ़ लियो। वैसे तो यह अजकल हुण करंट अफेयर च नहीं है, पर कदी आ गई तो आपां जरूर कवर करांगे। एक आह आंदी रहिंदी, एक होर भी आंदी रहिंदी है, BRAH, सुनिया भी होगा कभी तुसी, ब्रह्मोस मिसाइल। जिहड़ी ब्रह्मोस है ये भी पेपर च आंदी रहिंदी है, ते बराक भी आंदी रहिंदी है। जिहड़ी ब्रह्मोस है ये इंडिया ते रूस जिहड़ा हैगा, भारत ते रूस ये दोनों मिलके बना रहे, इहदा नाम भी इदां ही बनिया। ब्र दा मतलब है ब्रह्मपुत्रा नदी तो, मॉस दा मतलब है अपने रूस विच नदी है मॉस्कोवा, उस नदी का नाम। ये आप किसी ना किसी करंट अफेयर पढ़ेंगे, ताई मैं इत्थे सब कुछ लिख नहीं रहा, उत्थे जाके आप पढ़ांगे। बराक आप बना रहे हैं, भारत ते इजराइल मिलके बना रहे हैं। ठीक है, मतलब ये दोनों बनिया हुई हैं, हुण होर विकसित कर रहे हैं इन्हों अगे, कभी ना कभी करंट अफेयर आया तो आप उत्थे इन्हों कवर करांगे। ठीक है, इत्थे सारी डिटेल लिखी हुई है, 40 किलोमीटर तक फायर कर सकती है, सब कुछ इत्थे लिखा है, 80 किलोमीटर यही सब कुछ पढ़ना पर। ठीक है, हुण अगली चीज है कि भारत नशियां लई की कर रहे हैं। देखो, भारत विच नशे होने का कभी थोनों आह जिहड़े थल्ले आह चीज़ां लिखियां ना, ये दो चीज़ां सब तो पहला समझाना है।
ਭਾਰਤ ਵਿੱਚ ਆਪਾਂ ਬਾਰ-ਬਾਰ ਨਸ਼ੇ ਬਾਰੇ ਪੜ੍ਹਦੇ ਹਾਂ ਤੇ ਖਾਸ ਕਰ ਜਿਹੜੀ ਆਪਣੀ ਸਟੇਟ ਆ ਪੰਜਾਬ ਦੀ, ਇਹ ਕਾਫੀ ਜ਼ਿਆਦਾ ਬਦਨਾਮ ਵੀ ਹੈ ਇਸ ਚੀਜ਼ ਨੂੰ ਲੈ ਕੇ, ਠੀਕ ਹੈ, ਮੂਵੀ ਵੀ ਬਣ ਗਈ ਉੜਦਾ ਪੰਜਾਬ। ਪਰ ਇਹਦਾ ਕਾਰਨ ਕੀ ਹੈ? ਦੇਖੋ ਪੰਜਾਬ ਓਵਰਆਲ ਤੁਸੀਂ ਇੰਡੀਆ ਵਿੱਚ ਦੇਖੋਗੇ ਨਾ, ਭਾਰਤ ਵਿੱਚ ਦੇਖੋਗੇ ਨਸ਼ਿਆਂ ਵਿੱਚ, ਪੰਜਾਬ ਬਹੁਤ ਥੱਲੇ ਆਂਦਾ ਹੈ। ਇਹ ਤਾਂ ਬਸ ਹਵਾ ਬਹੁਤ ਜ਼ਿਆਦਾ ਮਿਲੀ ਹੈ ਇਸ ਗੱਲ ਨੂੰ ਕਿ ਪੰਜਾਬ 'ਚ ਨਸ਼ੇ, ਇਦੋਂ ਵੀ ਜ਼ਿਆਦਾ ਨਸ਼ੇ ਫੈਲੇ ਹੋਏ ਆ। ਆਪਣੇ ਭਾਰਤ ਵਿੱਚ ਦੋ ਜਗ੍ਹਾ ਤੇ ਖਾਸ ਕਰਕੇ ਨਸ਼ੇ ਫੈਲੇ ਹੋਏ ਆ। ਆਪਣਾ ਪੂਰਾ ਭਾਰਤ ਦਾ ਨਕਸ਼ਾ ਲਗਾ ਲਓ, ਠੀਕ ਹੈ, ਆਪਾਂ ਰਫ ਜਿਹਾ ਇੱਕ ਨਕਸ਼ਾ ਬਣਾ ਲੈਂਦੇ ਹਾਂ, ਠੀਕ ਹੈ। ਹੁਣ ਗੱਲ ਕੀ ਹੈ, ਆਪਣੇ ਜੰਮੂ ਕਸ਼ਮੀਰ 'ਚ, ਆਪਣੇ ਪਾਸੇ ਦੇਖੀਏ ਤਾਂ ਜੰਮੂ ਕਸ਼ਮੀਰ ਵਿੱਚ ਨਾ ਸਭ ਤੋਂ ਜ਼ਿਆਦਾ ਨਸ਼ਾ, ਉਹ ਤੋਂ ਬਾਅਦ ਹਿਮਾਚਲ, ਪੰਜਾਬ, ਰਾਜਸਥਾਨ, ਇੱਥੋਂ ਦੇ ਲੈ ਕੇ ਮਤਲਬ ਦਿੱਲੀ ਤੱਕ, ਹਰਿਆਣਾ, ਦਿੱਲੀ ਵੀ ਆ ਜਾਂਦਾ ਤੇ ਥੱਲੇ ਗੁਜਰਾਤ ਤੱਕ, ਆ ਸਾਰੇ ਏਰੀਆ ਵਿੱਚ ਵੀ ਨਸ਼ੇ ਫੈਲੇ ਹੋਏ ਆ, ਠੀਕ ਹੈ। ਦੂਜੇ ਪਾਸੇ ਆਪਣੇ ਭਾਰਤ ਵਿੱਚ ਜੇ ਇਹ ਪੁੱਛਿਆ ਜਾਵੇ ਕਿ ਸਭ ਤੋਂ ਜ਼ਿਆਦਾ ਨਸ਼ੇ ਕਿੱਥੇ ਆ, ਉਹ ਆਪਣਾ ਜਿਹੜਾ ਨਾਰਥ ਈਸਟ ਦਾ ਏਰੀਆ ਨਾ, ਇਸ ਪਾਸੇ, ਇੱਥੇ ਨਸ਼ੇ ਬਹੁਤ ਜ਼ਿਆਦਾ ਨਸ਼ੇ ਆ। ਇੱਥੇ ਨਸ਼ਿਆਂ ਦੀ ਬਹੁਤ ਜ਼ਿਆਦਾ ਸਪਲਾਈ ਫੈਲੀ ਹੋਈ ਹੈ। ਇਹਦਾ ਕਾਰਨ ਕੀ? ਇਹਦਾ ਕਾਰਨ ਨਾ ਇਕੱਲੇ ਇਹ ਨਹੀਂ ਹੈ ਕਿ ਭਾਰਤ ਦੇ ਲੋਕੀ ਨਸ਼ੇ ਕਰ ਰਹੇ ਆ, ਨਸ਼ੇ ਆ ਕਿੱਥੋਂ ਰਹੇ ਆ, ਤੇ ਆਹੀ ਦੋ ਇਲਾਕੇ ਕਿਉਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਹਦਾ ਕਾਰਨ ਆਪਣੇ ਆਸ-ਪਾਸ ਦੇ ਪੜੋਸ ਵਿੱਚ ਜਿੱਥੇ ਨਸ਼ੇ ਉਗਾਏ ਜਾਂਦੇ ਆ। ਹੁਣ ਦੇਖੋ ਦੋ ਜਗ੍ਹਾ ਮਸ਼ਹੂਰ ਹੈ, ਇੱਕ ਹੈਗਾ ਗੋਲਡਨ ਕ੍ਰਿਸੈਂਟ, ਆ ਕਰਕੇ ਲਿਖਿਆ ਹੋਇਆ ਗੋਲਡਨ ਕ੍ਰਿਸੈਂਟ। ਆ ਕੀ ਹੈ? ਇੱਥੇ ਦੇਖੋ ਆਪਣੇ ਇਸ ਪਾਸੇ ਨਾ 3 ਦੇਸ਼ ਪੈਂਦੇ ਆ ਜਿੱਥੇ ਨਸ਼ੇ ਦੀ ਬਹੁਤ ਜ਼ਿਆਦਾ ਖੇਤੀ ਵੀ ਹੈ, ਤੇ ਜਿਹੜਾ ਕੋਕੇਨ ਵਰਗੇ ਜਿਹੜੇ ਨਸ਼ੇ ਆ ਉਹਨਾਂ ਦੀ ਉੱਥੇ ਬਹੁਤ ਵੱਡੀਆਂ ਲੈਬੋਰੇਟਰੀ ਬਣੀਆਂ ਹੋਈਆਂ, ਲੈਬ ਬਣੀਆਂ ਹੋਈਆਂ ਜਿੱਥੇ ਸਭ ਕੁਝ ਬਣਦਾ। ਇੱਕ ਹੈਗਾ ਤੁਹਾਡਾ ਅਫਗਾਨਿਸਤਾਨ, ਫਿਰ ਤੁਹਾਡਾ ਪਾਕਿਸਤਾਨ ਤੇ ਇੱਕ ਈਰਾਨ। ਇਹ ਜਿਹੜੇ 3 ਦੇਸ਼ ਹੈ ਇਸ ਪਾਸੇ, ਇੱਥੇ ਤਿੰਨੋਂ ਜਗ੍ਹਾ ਨਸ਼ਾ ਉਗਾਇਆ ਵੀ ਜਾਂਦਾ ਹੈ, ਬਾਹਰ ਦੀ ਮਾਰਕੀਟ 'ਚ ਵੇਚਿਆ ਵੀ ਜਾਂਦਾ ਹੈ, ਤੇ ਇੱਥੇ ਆ ਤੁਹਾਡੇ ਜਿਹੜੇ ਕੈਮੀਕਲੀ ਨਸ਼ੇ ਬਣਦੇ ਆ, ਕੈਮੀਕਲ ਬਣਦੇ ਆ, ਉਹ ਵੀ ਇੱਥੇ ਬਹੁਤ ਬਣਦੇ ਆ। ਤਾਂ ਜਦੋਂ ਇਸ ਪਾਸੇ ਆ ਪੂਰਾ ਦਾ ਪੂਰਾ ਇਲਾਕਾ, ਉਹਦਾ ਕੋਈ ਨਾ ਕੋਈ ਅਸਰ ਤਾਂ ਭਾਰਤ ਉੱਤੇ ਆਊਗਾ ਹੀ ਆਊਗਾ, ਕਿਉਂਕਿ ਨਸ਼ੇ ਜਿੰਨੀ ਆਸਾਨੀ ਨਾਲ ਤੁਹਾਡਾ ਨਸ਼ਾ ਅਵੇਲੇਬਲ ਹੋਊਗਾ ਨਾ, ਉਨੀ ਆਸਾਨੀ ਨਾਲ ਇਹ ਚੀਜ਼ ਹੋਊਗੀ। ਇਸ ਪਾਸੇ ਕੀ ਪ੍ਰੋਬਲਮ ਹੈ? ਇੱਥੇ ਪੈਂਦਾ ਇੱਥੇ ਪੈਂਦਾ ਇਸ ਪਾਸੇ ਤ੍ਰਿਕੋਣ ਪੈਂਦਾ, ਠੀਕ ਹੈ। ਇਹ ਤ੍ਰਿਕੋਣ ਬਣਨਾ ਚਾਹੀਦਾ ਸੀ, ਇਹ ਥੋੜਾ ਤ੍ਰਿਕੋਣ। ਇੱਥੇ 3 ਦੇਸ਼, ਇੱਥੇ ਵੀ ਇਸ ਪਾਸੇ ਵੀ 3 ਦੇਸ਼ ਪੈਂਦੇ ਆ ਜਿਨ੍ਹਾਂ ਵਿੱਚ ਨਸ਼ਾ ਉਗਾਇਆ ਜਾਂਦਾ ਹੈ। ਇੱਕ ਹੈਗਾ ਤੁਹਾਡਾ ਮਿਆਂਮਾਰ, ਜਿਹਦਾ ਪੁਰਾਣਾ ਨਾਮ ਬਰਮਾ, ਇੱਕ ਤੁਹਾਡਾ ਥਾਈਲੈਂਡ ਜਿਹੜਾ ਦੇਸ਼ ਹੈ, ਤੇ ਇੱਕ ਦੇਸ਼ ਪੈਂਦਾ ਲਾਓਸ। ਤੁਸੀਂ ਵਰਲਡ ਦਾ ਮੈਪ ਦੇਖੋਗੇ, ਇਸ ਪਾਸੇ ਤੁਹਾਨੂੰ ਦੇਸ਼ ਦਿਖ ਜਾਣਗੇ। ਇਹ ਤਿੰਨਾਂ ਦੀ ਬਾਰਡਰ ਨਾ ਇੱਕ ਦੂਜੇ ਨਾਲ ਜੁੜਦੀ ਹੈ। ਇਹ ਜਿੱਥੇ ਇਹਨਾਂ ਦੀ ਬਾਰਡਰ ਜੁੜਦੀ ਹੈ, ਉੱਥੋਂ ਦੀ ਇੱਕ ਨਦੀ ਵੀ ਨਿਕਲਦੀ ਹੈ ਇਹਨਾਂ ਦੀ, ਇੱਥੇ ਇੱਕ ਨਦੀ ਵੀ ਨਿਕਲਦੀ ਹੈ, ਮੇਕੋਂਗ। ਇਹ ਨਦੀ ਦੇ ਆਸ-ਪਾਸ ਦਾ ਇਲਾਕਾ ਨਾ ਬਹੁਤ ਵੱਡਾ ਜੰਗਲ ਦਾ ਇਲਾਕਾ ਹੈ। ਇੱਥੇ ਜੰਗਲ ਦਾ ਇਲਾਕਾ ਹੋਣ ਦੇ ਕਾਰਨ ਇੱਥੇ ਨਾ ਸਰਕਾਰਾਂ ਦਾ ਇੰਨਾ ਕੋਈ ਕੰਟਰੋਲ ਨਹੀਂ ਹੈ ਇਸ ਇਲਾਕੇ ਤੇ, ਬਹੁਤ ਹੀ ਸੰਘਣੇ ਜੰਗਲ ਹੈ ਇੱਥੇ। ਤਾਂ ਇੱਥੇ ਜਿੰਨੇ ਵੀ ਆ ਤੁਹਾਡੇ ਡਰੱਗ ਬਣਾਉਣ ਵਾਲੇ ਆ ਨਾ, ਉਹਨਾਂ ਨੇ ਕੀ ਕੀਤਾ, ਜੰਗਲਾਂ ਦੇ ਅੰਦਰ ਆਪਣੀਆਂ ਲੈਬ ਲੂਬ ਬਣਾਈਆਂ, ਤੇ ਇੱਥੇ ਵੀ ਬਹੁਤ ਜ਼ਿਆਦਾ ਡਰੱਗ ਬਣਦੇ ਆ। ਤੇ ਗੱਲ ਕੀ ਹੈ, ਹੁਣ ਦੇਖੋ ਭਾਰਤ ਦੇ ਇੱਕ ਪਾਸੇ ਆਹ ਕ੍ਰਿਸੈਂਟ ਪੈਂਦਾ, ਇੱਕ ਪਾਸੇ ਆਹ ਟ੍ਰਾਇੰਗਲ ਪੈਂਦਾ, ਠੀਕ ਹੈ, ਤ੍ਰਿਕੋਣ ਪੈਂਦਾ, ਇੱਕ ਪਾਸੇ ਕ੍ਰਿਸੈਂਟ ਪੈਂਦਾ। ਕ੍ਰਿਸੈਂਟ ਕੀ ਹੁੰਦਾ? ਆ ਜਿਹੜੀ ਮੂਨ ਦੀ ਈਦ ਦੇ ਟਾਈਮ ਆ ਸ਼ੇਪ ਵੀ ਹੁੰਦੀ ਹੈ ਨਾ, ਇਹਨੂੰ ਕਹਿੰਦੇ ਕ੍ਰਿਸੈਂਟ, ਠੀਕ ਹੈ। ਤਾਂ ਆਹ ਤਿੰਨੋਂ ਦੇਸ਼ਾਂ ਨੂੰ ਜੋ ਬਣਾਉਂਗੇ, ਆ ਦੇਖੋ ਇਸ ਤਰੀਕੇ ਦੀ ਸ਼ੇਪ ਬਣ ਰਹੀ ਹੈ ਨਾ, ਇਸ ਕਾਰਨ ਇਹਨੂੰ ਦੁਨੀਆ ਵਿੱਚ ਨਾਮ ਦਿੱਤਾ ਗਿਆ ਕ੍ਰਿਸੈਂਟ। ਤੁਹਾਨੂੰ ਇਹ 2 ਕੁਐਸਚਨ ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਸਕਦੇ ਆ ਕਿ ਗੋਲਡਨ ਕ੍ਰਿਸੈਂਟ ਕਿਹੜੇ 3 ਦੇਸ਼ਾਂ ਨੂੰ ਜੋੜ ਕੇ ਬਣਿਆ? ਉਹਦਾ ਆਨਸਰ ਹੋਊਗਾ ਈਰਾਨ, ਪਾਕਿਸਤਾਨ ਤੇ ਅਫਗਾਨਿਸਤਾਨ, ਠੀਕ ਹੈ। ਇੱਕ ਕੁਐਸਚਨ ਤਾਂ ਆਹ ਹੋ ਗਿਆ। ਦੂਜਾ ਕੁਐਸਚਨ ਤੁਹਾਡਾ ਆਹੀ ਗੋਲਡਨ ਤ੍ਰਿਕੋਣ, ਸੁਨਹਿਰੀ ਇੱਥੇ ਹੋ ਗਿਆ, ਸੁਨਹਿਰੀ ਆ ਜਾਏ ਚਾਹੇ ਗੋਲਡਨ ਆ ਜਾਏ ਇੱਕੋ ਗੱਲ ਹੈ, ਠੀਕ ਹੈ। ਤ੍ਰਿਕੋਣ ਇਹ ਬਣਦਾ ਮਿਆਂਮਾਰ, ਥਾਈਲੈਂਡ ਤੇ ਲਾਓਸ ਦੇ ਨਾਲ। ਤੇ ਇਹ ਪੁੱਛਿਆ ਜਾਵੇ ਕਿ ਇੱਥੇ ਇਹਦੇ ਵਿੱਚ ਨਦੀ ਕਿਹੜੀ ਪੈਂਦੀ ਹੈ? ਮੇਕੋਂਗ ਪੈਂਦੀ। ਤੇ ਵੈਸੇ ਆਪਾਂ ਨੂੰ ਕਦੀ ਮੇਨਸ ਵਿੱਚ ਜਾਂ ਤੁਹਾਨੂੰ ਇੰਟਰਵਿਊ 'ਚ ਕਦੀ ਇਹ ਸਵਾਲ ਆ ਜਾਏ ਕਿ ਭਾਰਤ ਵਿੱਚ ਇੰਨੇ ਨਸ਼ੇ ਕਿਉਂ ਆ, ਉੱਥੇ ਆਪਾਂ ਇਹ ਚੀਜ਼ ਜ਼ਰੂਰ ਮੈਂਸ਼ਨ ਕਰਨੀ ਹੈ ਕਿ ਭਾਰਤ ਦੇ ਇੱਕ ਪਾਸੇ ਗੋਲਡਨ ਕ੍ਰਿਸੈਂਟ ਪੈਂਦਾ ਤੇ ਇੱਕ ਪਾਸੇ ਗੋਲਡਨ ਟ੍ਰਾਇੰਗਲ ਪੈਂਦਾ, ਤ੍ਰਿਕੋਣ ਪੈਂਦਾ, ਜਿਹਦੇ ਕਾਰਨ ਹੁਣ ਹੋਊਗਾ ਕੀ, ਦੇਖੋ ਭਾਰਤ ਬਿਲਕੁਲ ਸੈਂਟਰ ਵਿੱਚ ਪੈ ਗਿਆ ਇੱਕ ਬਹੁਤ ਵੱਡੇ ਟ੍ਰੇਡ ਰੂਟ ਦੇ, ਜਿੱਥੋਂ ਟ੍ਰੇਡ ਇਸ ਪਾਸੇ ਦੀ ਮਤਲਬ ਇਸ ਪਾਸੇ ਦੀ ਨਸ਼ਾ ਉਸ ਪਾਸੇ ਵੀ ਟਰੈਵਲ ਕਰਦਾ। ਤਾਂ ਇਸੇ ਕਾਰਨ ਆਪਣੇ ਭਾਰਤ ਵਿੱਚ ਹੁਣ ਨਸ਼ਾ ਆਪਣੇ ਭਾਰਤ ਦੇ ਅੰਦਰੋਂ ਦੀ ਨਿਕਲਦਾ, ਤਾਂ ਇਸ ਕਾਰਨ ਜਿੱਥੋਂ ਹੁਣ ਕੋਈ ਰੂਟ ਹੋਊਗਾ ਉੱਥੇ ਆਸ-ਪਾਸ ਦੇ ਇਲਾਕੇ ਵਿੱਚ ਅਸਰ ਤਾਂ ਫੈਲੂਗਾ ਹੀ, ਮਤਲਬ ਹੋਰ ਵੀ ਜਗ੍ਹਾ ਤੋਂ ਨਿਕਲਦਾ,
ਇਸੇ ਕਾਰਨ ਭਾਰਤ ਇਸ ਚੀਜ਼ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਤਾਂ ਇਸੇ ਦੇ ਚੱਲਦੇ ਹੋਏ ਆਪਾਂ ਇਸ ਸਾਰੇ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤਕਲੀਫ ਆਪਾਂ ਨੂੰ ਕਿੱਥੇ ਆ ਰਹੀ ਹੈ, ਪ੍ਰੋਬਲਮ ਕਿੱਥੇ ਆ ਰਹੀ ਹੈ, ਕਿਉਂਕਿ ਇਹ ਜਿਹੜੇ ਦੇਸ਼ ਮਤਲਬ ਇਹ ਜਗ੍ਹਾ ਵਿੱਚ ਨਸ਼ੇ ਨੂੰ ਖਤਮ ਕਰਨਾ ਆਪਣੇ ਲਈ ਮੁਸ਼ਕਿਲ ਹੈ ਨਾ, ਕਿਸੇ ਹੋਰ ਕੰਟਰੀ ਦੀ ਜ਼ਿੰਮੇਵਾਰੀ ਹੈ ਇੱਥੇ। ਤਾਂ ਇਸ ਕਾਰਨ ਆਪਣੀ ਇਹ ਪਹੁੰਚ ਤੋਂ ਬਾਹਰ ਹੋਏ ਆ, ਤਾਂ ਆਪਾਂ ਆਪਣੇ ਅੰਦਰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਸ਼ੇ ਹਜੇ ਵੀ ਚੱਲ ਰਹੇ ਆ। ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ। ਕਿਸੇ ਵੀ ਕਰੰਟ ਅਫੇਅਰ 'ਚ ਕਿਸੇ ਨੂੰ ਕੋਈ ਵੀ ਡਾਊਟ ਹੋਵੇ ਤਾਂ ਪੁੱਛੋ। ਨਹੀਂ, ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।